ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ, ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਆਪਣੇ ਇਸ ਐਜੂਕੇਸ਼ਨ ਚੈਨਲ ਦੇ ਵਿੱਚ। ਅੱਜ ਆਪਾਂ ਗੱਲ ਕਰਾਂਗੇ 8ਵੀਂ ਜਮਾਤ ਦਾ ਇੱਕ ਬਹੁਤ ਇੰਪੋਰਟੈਂਟ ਚੈਪਟਰ ਹੈਗਾ ਪ੍ਰਸ਼ਾਸਨਿਕ ਬਣਤਰ, ਬਸਤੀਵਾਦ ਸੈਨਾ ਅਤੇ ਸਿਵਲ ਸ਼ਾਸਨ ਪ੍ਰਬੰਧ। ਇਹ ਜਿਹੜਾ ਟੌਪਿਕ ਹੈਗਾ ਇਹ ਇੱਕ ਤਾਂ ਜਿਹੜੇ ਬੱਚੇ NMS ਦੀ ਤਿਆਰੀ ਕਰ ਰਹੇ ਹੈਗੇ, ਠੀਕ ਹੈ, NMS ਪੇਪਰ ਦੀ ਤਿਆਰੀ ਕਰ ਰਹੇ ਹੈਗੇ, ਦੂਸਰੇ ਜਿਹੜੇ 8ਵੀਂ ਜਮਾਤ ਦੇ ਵਿੱਚ ਪੜ੍ਹ ਰਹੇ ਹੈਗੇ ਉਹਨਾਂ ਦੇ ਵੀ ਅੱਗੇ ਐਗਜ਼ਾਮ ਦੇ ਵਿੱਚ ਇਹ ਜਿਹੜਾ ਟੌਪਿਕ ਹੈਗਾ ਕੰਮ ਆਏਗਾ। ਤੁਸੀਂ ਜਿਹੜੇ ਆਪਾਂ MCQs ਕਰਾਂਗੇ ਇਹਨੂੰ ਧਿਆਨ ਦੇ ਨਾਲ ਵੇਖਣਾ ਗਾ ਅਤੇ ਆਪਣੀ ਕਾਪੀਜ਼ ਦੇ ਉੱਪਰ ਇਹਨਾਂ ਨੂੰ ਨੋਟ ਕਰ ਲੈਣਾ ਗਾ। ਤਾਂ ਉਹ ਸ਼ੁਰੂ ਕਰਦੇ ਹਾਂ। ਪ੍ਰਸ਼ਨ ਨੰਬਰ 1 ਹੈ ਆਪਣਾ ਜਿਹਦਾ ਸ਼ੁਰੂ ਵਿੱਚ ਅੰਗਰੇਜ਼ਾਂ ਦਾ ਭਾਰਤ ਵਿੱਚ ਆਉਣ ਦਾ ਉਦੇਸ਼ ਕੀ ਸੀ। ਜਦੋਂ ਅੰਗਰੇਜ਼ ਸ਼ੁਰੂ ਦੇ ਵਿੱਚ ਭਾਰਤ ਦੇ ਵਿੱਚ ਆਏ ਤਾਂ ਉਹਨਾਂ ਦਾ ਭਾਰਤ ਦੇ ਵਿੱਚ ਆਉਣ ਦਾ ਉਦੇਸ਼ ਕੀ ਸੀ, ਉਹ ਕੀ ਕਰਨਾ ਹੀ ਸੀ ਭਾਰਤ ਦੇ ਵਿੱਚ। ਹਾਂਜੀ, ਉਹ ਭਾਰਤ ਦੇ ਨਾਲ ਵਪਾਰ ਕਰਨ ਦੇ ਲਈ ਸੀ। ਠੀਕ ਹੈ, ਜਿਹੜੀ ਆਪਾਂ ਅੰਗਰੇਜ਼ ਈਸਟ ਇੰਡੀਆ ਕੰਪਨੀ ਦੀ ਗੱਲ ਕਰਦੇ ਹਾਂ ਤਾਂ ਸ਼ੁਰੂ ਦੇ ਵਿੱਚ ਭਾਰਤ ਦੇ ਨਾਲ ਕੀ ਕਰਨ ਦੇ ਲਈ ਸੀ, ਵਪਾਰ ਕਰਨ ਦੇ ਲਈ ਆਈ ਸੀ। ਪ੍ਰਸ਼ਨ ਨੰਬਰ 2, ਕਿਸ ਐਕਟ ਦੁਆਰਾ ਇੰਗਲੈਂਡ ਵਿੱਚ ਬੋਰਡ ਆਫ ਕੰਟਰੋਲ ਦੀ ਸਥਾਪਨਾ ਕੀਤੀ ਗਈ। ਠੀਕ ਹੈ, ਉਹ ਕਿਹੜਾ ਐਕਟ ਸੀ ਜਿਸ ਨੇ ਇੰਗਲੈਂਡ ਦੇ ਵਿੱਚ ਬੋਰਡ ਆਫ ਕੰਟਰੋਲ ਸਥਾਪਿਤ ਕੀਤਾ। ਹਾਂਜੀ, ਉਹ ਕਿਹੜਾ ਐਕਟ ਸੀ, ਉਹ ਐਕਟ ਸੀ ਪਿਟਸ ਇੰਡੀਆ ਐਕਟ 1784। ਪਿਟਸ ਇੰਡੀਆ ਐਕਟ ਸੀ ਜਿਹੜਾ ਇਸ ਦੇ ਅਧੀਨ, ਠੀਕ ਹੈ, ਇੰਗਲੈਂਡ ਦੇ ਵਿੱਚ ਬੋਰਡ ਆਫ ਕੰਟਰੋਲ ਦੀ ਸਥਾਪਨਾ ਕੀਤੀ ਗਈ। ਹਾਂਜੀ, ਪ੍ਰਸ਼ਨ ਨੰਬਰ 3 ਆਪਣੇ ਕੋਲ ਬੋਰਡ ਆਫ ਕੰਟਰੋਲ ਦੇ ਕਿੰਨੇ ਮੈਂਬਰ ਸਨ। ਠੀਕ ਹੈ, ਜਿਹੜਾ 1784 ਦਾ ਪਿਟਸ ਇੰਡੀਆ ਐਕਟ ਸੀ ਜਿਹਦੇ ਨਾਲ ਇੰਗਲੈਂਡ ਦੇ ਵਿੱਚ ਬੋਰਡ ਆਫ ਕੰਟਰੋਲ ਬਣਿਆ ਸੀ, ਉਸ ਦੇ ਕਿੰਨੇ ਮੈਂਬਰ ਸਨ। ਹਾਂਜੀ, ਉਸ ਦੇ ਮੈਂਬਰ ਕਿੰਨੇ ਸੀ ਵੀ 6 ਮੈਂਬਰ ਸੀ। ਬੋਰਡ ਆਫ ਕੰਟਰੋਲ ਦੇ ਕਿੰਨੇ ਮੈਂਬਰ ਸਨ, 6 ਮੈਂਬਰ ਸਨ। ਪ੍ਰਸ਼ਨ ਨੰਬਰ 4 ਹੈ ਆਪਣੇ ਕੋਲ, ਇਹ ਵੀ ਬਹੁਤ ਇੰਪੋਰਟੈਂਟ ਪ੍ਰਸ਼ਨ ਹੈ, ਵੀ ਧਿਆਨ ਨਾਲ ਨੋਟ ਕਰ ਲਿਓ। ਭਾਰਤ ਵਿੱਚ ਸਿਵਲ ਸਰਵਿਸ ਦਾ ਮੋਢੀ ਕਿਸ ਨੂੰ ਮੰਨਿਆ ਜਾਂਦਾ ਹੈ। ਠੀਕ ਹੈ, ਭਾਰਤ ਵਿੱਚ ਸਿਵਲ ਸਰਵਿਸ ਦਾ ਮੋਢੀ ਕਿਸ ਨੂੰ ਮੰਨਿਆ ਜਾਂਦਾ ਹੈ। ਹਾਂਜੀ, ਕਿਹਨੂੰ ਮੰਨਿਆ ਜਾਂਦਾ ਵੀ ਲਾਰਡ ਕਾਰਨਵਾਲਿਸ ਨੂੰ, ਲਾਰਡ ਕਾਰਨਵਾਲਿਸ। ਠੀਕ ਹੈ, ਇਕੱਠੀ ਹੈਗਾ, ਲਾਰਡ ਕਾਰਨਵਾਲਿਸ ਨੂੰ ਭਾਰਤ ਦੇ ਵਿੱਚ ਸਿਵਲ ਸਰਵਿਸ ਦਾ ਮੋਢੀ ਮੰਨਿਆ ਜਾਂਦਾ। ਪ੍ਰਸ਼ਨ ਨੰਬਰ 5, ਸਿਵਲ ਸਰਵਿਸ ਦੀ ਪ੍ਰੀਖਿਆ ਪਾਸ ਕਰਨ ਵਾਲਾ ਪਹਿਲਾ ਭਾਰਤੀ ਕੌਣ ਸੀ। ਹਾਂਜੀ, ਉਹ ਕਿਹੜਾ ਪਹਿਲਾ ਭਾਰਤੀ ਸੀ ਜਿਹਨੇ ਸਿਵਲ ਸਰਵਿਸ ਦੀ ਜਿਹੜੀ ਪ੍ਰੀਖਿਆ ਸੀ, ਠੀਕ ਹੈ, ਪਹਿਲੀ ਵਾਰ ਪਾਸ ਕੀਤੀ ਸੀ ਭਾਰਤ ਦਾ। ਕਿਹੜਾ ਵਿਅਕਤੀ ਸੀ ਵੀ, ਹਾਂਜੀ, ਉਹਨਾਂ ਦਾ ਨਾਮ ਸੀ ਸਤਿੰਦਰ ਨਾਥ ਟੈਗੋਰ। ਸਤਿੰਦਰ ਨਾਥ ਟੈਗੋਰ। ਕਦੋਂ ਕੀਤੀ ਸੀ ਵੀ ਇਹ ਪ੍ਰੀਖਿਆ ਪਾਸ, ਉਹ ਵੀ ਨੋਟ ਕਰ ਲਿਆ ਤੁਸੀਂ, 1863। 1863 ਦੇ ਵਿੱਚ ਸਤਿੰਦਰ ਨਾਥ ਪਹਿਲਾ ਭਾਰਤੀ ਸੀ ਜਿਨ੍ਹਾਂ ਨੇ ਸਿਵਲ ਸਰਵਿਸ ਦੀ ਪ੍ਰੀਖਿਆ ਪਾਸ ਕੀਤੀ ਸੀ। ਪ੍ਰਸ਼ਨ ਨੰਬਰ 6, ਇੰਗਲੈਂਡ ਵਿੱਚ ਨਵੇਂ ਨਿਯੁਕਤ ਸਿਵਲ ਸਰਵਿਸ ਦੀ ਪ੍ਰੀਖਿਆ ਦੇ ਅਧਿਕਾਰੀਆਂ ਨੂੰ ਭਾਰਤ ਭੇਜਣ ਤੋਂ ਪਹਿਲਾਂ ਕਿੱਥੇ ਟ੍ਰੇਨਿੰਗ ਦਿੱਤੀ ਜਾਂਦੀ ਸੀ। ਠੀਕ ਹੈ, ਇੱਕ ਇੰਗਲੈਂਡ ਦੇ ਵਿੱਚ ਕਾਲਜ ਬਣਿਆ ਸੀ ਜਿੱਥੇ ਜਿਹੜੇ ਵਿਅਕਤੀ ਸਿਵਲ ਸਰਵਿਸ ਦੀ ਪ੍ਰੀਖਿਆ ਦੇ ਅਧਿਕਾਰੀਆਂ ਨੂੰ ਜਿਹੜੇ ਨਿਯੁਕਤ ਕੀਤੇ ਜਾਂਦੇ ਸੀ, ਠੀਕ ਹੈ, ਅਧਿਕਾਰੀ, ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਸੀ। ਤਾਂ ਉਹ ਕਾਲਜ ਦਾ ਨਾਮ ਕੀ ਸੀ। ਹਾਂਜੀ, ਉਸ ਕਾਲਜ ਦਾ ਨਾਮ ਸੀ ਵੀ ਹੈਲੇਬਰੀ ਕਾਲਜ। ਹੈਲੇਬਰੀ ਕਾਲਜ ਸੀ। ਇਹ ਕਦੋਂ ਬਣਾਇਆ ਗਿਆ ਸੀ ਵੀ ਇਹ ਵੀ ਤੁਸੀਂ ਨੋਟ ਕਰ ਲਿਓ ਆਪਣੀ ਕਾਪੀ ਦੇ ਉੱਪਰ। ਇਹ ਬਣਾਇਆ ਗਿਆ ਸੀ 1806 ਦੇ ਵਿੱਚ। ਠੀਕ ਹੈ, ਇਸ ਕਾਲਜ ਨੂੰ 1806 ਦੇ ਵਿੱਚ ਬਣਾਇਆ ਗਿਆ ਸੀ। ਠੀਕ ਹੈ, ਅਤੇ ਇਹ ਵੀ ਨੋਟ ਕਰ ਲਿਓ ਇਸ ਕਾਲਜ ਨੂੰ ਬਣਾਇਆ ਕਿਹਨੇ ਸੀ। ਹਾਂਜੀ, ਇਸ ਕਾਲਜ ਨੂੰ ਬਣਾਇਆ ਸੀ ਵੀ ਲਾਰਡ ਵਿਲੀਅਮ ਬੈਂਟਿੰਗ। ਠੀਕ ਹੈ, ਯਾਨੀ ਕਿ ਇਸ ਕਾਲਜ ਦਾ ਨਿਰਮਾਣ ਕਿਹਨੇ ਕੀਤਾ ਸੀ, ਲਾਰਡ ਵਿਲੀਅਮ ਬੈਂਟਿੰਗ ਨੇ ਕੀਤਾ ਸੀ। ਕਦੋਂ ਕੀਤਾ ਸੀ, 1806 ਦੇ ਵਿੱਚ। ਪ੍ਰਸ਼ਨ ਨੰਬਰ 7 ਹੈ ਆਪਣੇ ਕੋਲ ਅੱਗੇ, 1857 ਈਸਵੀ ਦੇ ਵਿਦਰੋਹ ਤੋਂ ਬਾਅਦ ਸੈਨਾ ਵਿੱਚ ਭਾਰਤੀ ਅਤੇ ਯੂਰਪੀਅਨ ਸੈਨਿਕਾਂ ਦਾ ਅਨੁਪਾਤ ਕੀ ਸੀ। 1857 ਤੋਂ ਬਾਅਦ ਭਾਰਤੀ ਅਤੇ ਜਿਹੜੇ ਯੂਰਪੀਅਨ ਸੈਨਿਕ ਸੀ ਉਹਨਾਂ ਦੀ ਗਿਣਤੀ, ਭਾਰਤੀ ਸੈਨਿਕਾਂ ਦੀ ਗਿਣਤੀ ਘਟਾ ਦਿੱਤੀ ਗਈ ਸੀ। ਤਾਂ ਗਿਣਤੀ ਘਟਾਉਣ ਤੋਂ ਬਾਅਦ ਜਿਹੜਾ ਅਨੁਪਾਤ ਸੀ
ਉਹ ਸੀ 2:1। ਠੀਕ ਹੈ, ਯਾਨੀ ਕਿ 2 ਜਿਹੜੇ ਸੈਨਿਕ ਸੀ ਭਾਰਤੀ ਸੀ ਅਤੇ 1 ਯੂਰਪੀਅਨ ਸੀ। ਪਹਿਲਾਂ ਭਾਰਤੀ ਜਿਹੜੇ ਸੈਨਿਕ ਸੀ ਉਹਨਾਂ ਦੀ ਗਿਣਤੀ ਜ਼ਿਆਦਾ ਸੀ, ਪਰ ਵਿਦਰੋਹ ਤੋਂ ਬਾਅਦ ਇਹ ਗਿਣਤੀ ਘਟਾਤੀ। ਹਾਂਜੀ, ਪ੍ਰਸ਼ਨ ਨੰਬਰ 8 ਹੈ ਆਪਣੇ ਕੋਲ। 1773 ਈਸਵੀ ਦੇ ਰੈਗੂਲੇਟਿੰਗ ਐਕਟ ਦੇ ਅਨੁਸਾਰ ਸਰਵਉੱਚ ਅਦਾਲਤ ਦੀ ਸਥਾਪਨਾ ਕਿੱਥੇ ਕੀਤੀ ਗਈ? ਇਹ ਬਹੁਤ ਇੰਪੋਰਟੈਂਟ ਕੁਐਸਚਨ ਹੈ, ਵੀ ਬਹੁਤ ਵਾਰ ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੈਗਾ। ਜਿਹੜਾ 1773 ਦਾ ਰੈਗੂਲੇਟਿੰਗ ਐਕਟ ਸੀ, ਇਸ ਨੇ ਸਰਵਉੱਚ ਅਦਾਲਤ ਦੀ ਸਥਾਪਨਾ ਕੀਤੀ ਸੀ। ਉਹ ਅਸੀਂ ਦੱਸਣਾ ਵੀ ਕਿੱਥੇ ਕੀਤੀ ਸੀ। ਹਾਂਜੀ, ਕਿੱਥੇ ਕੀਤੀ ਸੀ? ਵੀ ਕੋਲਕਾਤਾ ਦੇ ਵਿੱਚ, ਕਲਕੱਤਾ ਜਾਂ ਕੋਲਕਾਤਾ ਦੇ ਵਿੱਚ ਸਰਵਉੱਚ ਅਦਾਲਤ ਦੀ ਸਥਾਪਨਾ ਕੀਤੀ ਸੀ। ਕਈ ਵਾਰੀ ਪ੍ਰਸ਼ਨ ਇੰਝ ਵੀ ਪੁੱਛਿਆ ਜਾ ਸਕਦਾ ਹੈਗਾ ਵੀ ਕਲਕੱਤਾ ਦੇ ਵਿੱਚ ਸਰਵਉੱਚ ਅਦਾਲਤ ਦੀ ਸਥਾਪਨਾ ਕਿਸ ਐਕਟ ਦੇ ਤਹਿਤ ਹੋਈ? ਫਿਰ ਅਸੀਂ ਕਿਹੜਾ ਐਕਟ ਲਿਖਾਂਗੇ? 1773 ਦਾ ਰੈਗੂਲੇਟਿੰਗ ਐਕਟ। ਪ੍ਰਸ਼ਨ ਨੰਬਰ 9 ਹੈ ਆਪਣੇ ਕੋਲ। ਇੰਡੀਅਨ ਲਾਅ ਕਮਿਸ਼ਨ ਦੀ ਸਥਾਪਨਾ ਕਦੋਂ ਕੀਤੀ ਗਈ? ਹਾਂਜੀ, ਇੰਡੀਅਨ ਜਿਹੜਾ ਲਾਅ ਕਮਿਸ਼ਨ ਹੈਗਾ, ਇਹਦੀ ਸਥਾਪਨਾ ਕੀਤੀ ਗਈ ਸੀ 1833 ਦੇ ਵਿੱਚ। ਠੀਕ ਹੈ, ਹੁਣ ਜਿਹੜਾ ਇੰਡੀਅਨ ਲਾਅ ਕਮਿਸ਼ਨ ਸੀ, ਕਿਉਂ ਬਣਾਇਆ ਗਿਆ ਸੀ? ਵੀ ਇਹ ਬਣਾਇਆ ਗਿਆ ਸੀ ਕਾਨੂੰਨਾਂ ਦਾ ਸੰਗ੍ਰਹਿ ਕਰਨ ਦੇ ਲਈ, ਕਾਨੂੰਨਾਂ ਨੂੰ ਸੰਗਠਿਤ ਕਰਨ ਦੇ ਲਈ। ਪ੍ਰਸ਼ਨ ਨੰਬਰ 10, ਡੈਸ਼ ਈਸਵੀ ਵਿੱਚ ਕੇਂਦਰੀ ਲੋਕ ਸੇਵਾ ਕਮਿਸ਼ਨ ਦੀ ਸਥਾਪਨਾ ਕੀਤੀ ਗਈ? ਡੈਸ਼ ਈਸਵੀ ਵਿੱਚ ਕੇਂਦਰੀ ਲੋਕ ਸੇਵਾ ਕਮਿਸ਼ਨ ਸਥਾਪਿਤ ਕੀਤਾ ਗਿਆ? ਹਾਂਜੀ, ਕਦੋਂ ਕੀਤਾ ਗਿਆ ਸੀ ਵੀ? 1926 ਦੇ ਵਿੱਚ। ਠੀਕ ਹੈ। ਪ੍ਰਸ਼ਨ ਨੰਬਰ 11, ਅੰਗਰੇਜ਼ੀ ਸੈਨਾ ਵਿੱਚ ਭਾਰਤੀ ਸੈਨਿਕਾਂ ਦੀ ਤਰੱਕੀ ਵੱਧ ਤੋਂ ਵੱਧ ਕਿਸ ਪਦਵੀ ਤੱਕ ਹੋ ਸਕਦੀ ਸੀ? ਜਿਹੜੇ ਭਾਰਤੀ ਸੈਨਿਕ ਸੀ, ਉਹ ਅੰਗਰੇਜ਼ੀ ਸੈਨਾ ਦੇ ਵਿੱਚ ਵੱਧ ਤੋਂ ਵੱਧ ਕੀ ਬਣ ਸਕਦੇ ਸੀ? ਹਾਂਜੀ, ਤਾਂ ਜਿਹੜੇ ਭਾਰਤੀ ਸੈਨਿਕ ਸੀ, ਅੰਗਰੇਜ਼ੀ ਸੈਨਾ ਵਿੱਚ ਵੱਧ ਤੋਂ ਵੱਧ ਸੂਬੇਦਾਰ ਦੀ ਪਦਵੀ ਤੱਕ ਜਾ ਸਕਦੇ ਸੀ। ਠੀਕ ਹੈ, ਬੇਸ਼ੱਕ ਉਹ ਜਿੰਨੇ ਮਰਜ਼ੀ ਪੜ੍ਹੇ ਲਿਖੇ ਸੀ, ਪਰ ਫਿਰ ਵੀ ਉਹਨਾਂ ਨੂੰ ਸੂਬੇਦਾਰ ਦੀ ਪਦਵੀ ਤੋਂ ਅੱਗੇ ਜਾਣ ਨਹੀਂ ਦਿੱਤਾ ਜਾਂਦਾ ਸੀ। ਪ੍ਰਸ਼ਨ ਨੰਬਰ 12 ਦੀ ਗੱਲ ਕਰੀਏ। 1853 ਈਸਵੀ ਤੋਂ ਸ਼ੁਰੂ ਕੀਤੀ ਗਈ ਸਿਵਲ ਸਰਵਿਸ ਦੀ ਪ੍ਰੀਖਿਆ ਕਿੱਥੇ ਲਈ ਜਾਂਦੀ ਸੀ? ਜਿਹੜੀ 1853 ਦੇ ਵਿੱਚ ਸਿਵਲ ਸਰਵਿਸ ਦੀ ਪ੍ਰੀਖਿਆ ਲਈ ਜਾਂਦੀ ਸੀ ਹਰ ਸਾਲ, ਠੀਕ ਹੈ, ਉਹ ਕਿੱਥੋਂ ਸ਼ੁਰੂ ਕੀਤੀ ਗਈ? ਹਾਂਜੀ, ਤਾਂ ਉਹ ਸ਼ੁਰੂ ਕੀਤੀ ਗਈ ਸੀ ਇੰਗਲੈਂਡ ਤੋਂ। ਠੀਕ ਹੈ ਜੀ, ਕਿੱਥੇ ਕੀਤੀ ਜਾਂਦੀ ਸੀ? ਇੰਗਲੈਂਡ ਦੇ ਵਿੱਚ ਹੁੰਦੀ ਸੀ। ਬਾਅਦ ਦੇ ਵਿੱਚ ਹੌਲੀ ਹੌਲੀ ਜਿਹੜੀ ਪ੍ਰੀਖਿਆ ਸੀ ਭਾਰਤ ਦੇ ਵਿੱਚ ਵੀ ਹੋਣੀ ਸ਼ੁਰੂ ਹੋ ਗਈ ਸੀ। ਪ੍ਰਸ਼ਨ ਨੰਬਰ 13, ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੇ ਕੰਮਾਂ ਦੀ ਜਾਂਚ ਕਰਨ ਦੇ ਲਈ ਕਿਹੜਾ ਐਕਟ ਪਾਸ ਕੀਤਾ ਗਿਆ? ਇੱਕ ਐਕਟ ਬਣਾਇਆ ਗਿਆ ਜਿਹਦੇ ਨਾਲ ਈਸਟ ਇੰਡੀਆ ਦੇ ਕੰਪਨੀ ਦੇ ਜਿਹੜੇ ਕੰਮ ਸੀ ਉਹਨਾਂ ਦੀ ਜਾਂਚ ਕੀਤੀ ਜਾਣੀ ਸੀ। ਤਾਂ ਉਸ ਐਕਟ ਦਾ ਨਾਮ ਹੈ ਰੈਗੂਲੇਟਿੰਗ ਐਕਟ 1773। ਠੀਕ ਹੈ, ਰੈਗੂਲੇਟਿੰਗ ਐਕਟ ਦੇ ਤਹਿਤ ਈਸਟ ਇੰਡੀਆ ਕੰਪਨੀ ਦੇ ਕੰਮਾਂ ਦੀ ਜਾਂਚ ਕੀਤੀ ਜਾਂਦੀ ਸੀ। ਜਿਹੜਾ ਪਿਟਸ ਇੰਡੀਆ ਐਕਟ ਸੀ 1784 ਵਾਲਾ, ਠੀਕ ਹੈ, ਇਹਦੇ ਰਾਹੀਂ ਇੰਗਲੈਂਡ ਦੇ ਵਿੱਚ ਬੋਰਡ ਆਫ ਕੰਟਰੋਲ ਦੀ ਸਥਾਪਨਾ ਕੀਤੀ ਸੀ, ਚੇਤੇ ਰੱਖਿਓ ਇਹਨੂੰ। ਪ੍ਰਸ਼ਨ ਨੰਬਰ 14 ਹੈ ਆਪਣਾ। 1886 ਈਸਵੀ ਵਿੱਚ ਕਿਸ ਦੁਆਰਾ 15 ਮੈਂਬਰੀ ਪਬਲਿਕ ਕਮਿਸ਼ਨ ਨਿਯੁਕਤ ਕੀਤਾ ਗਿਆ? ਠੀਕ ਹੈ, ਤਾਂ 1886 ਦੇ ਵਿੱਚ ਜਿਹੜਾ 15 ਮੈਂਬਰੀ ਪਬਲਿਕ ਕਮਿਸ਼ਨ ਸੀ ਉਹ ਕਿਸ ਦੁਆਰਾ ਬਣਾਇਆ ਗਿਆ? ਹਾਂਜੀ, ਉਹ ਬਣਾਇਆ ਗਿਆ ਸੀ ਲਾਰਡ ਰਿਪਨ ਦੁਆਰਾ, ਲਾਰਡ ਰਿਪਨ। ਪ੍ਰਸ਼ਨ ਨੰਬਰ 15, ਭਾਰਤੀ ਸੈਨਿਕਾਂ ਵੱਲੋਂ ਅੰਗਰੇਜ਼ਾਂ ਵਿਰੁੱਧ ਪਹਿਲਾ ਵਿਦਰੋਹ ਕਦੋਂ ਕੀਤਾ ਗਿਆ? ਹਾਂਜੀ, ਜਿਹੜੇ ਵਿਦਰੋਹ ਹੋਇਆ ਸੀ ਅੰਗਰੇਜ਼ਾਂ ਵਿਰੁੱਧ, ਠੀਕ ਹੈ, ਉਹ ਪਹਿਲਾ ਵਿਦਰੋਹ ਕਿਹੜਾ ਸੀ? ਹਾਂਜੀ, ਕਿਹੜਾ ਸੀ? 1857 ਈਸਵੀ ਦਾ ਵਿਦਰੋਹ। ਅਤੇ ਇਸ ਵਿਦਰੋਹ ਦਾ ਜਿਹੜਾ ਪਹਿਲਾ ਸ਼ਹੀਦ ਸੀ ਵੀ, ਠੀਕ ਹੈ, ਉਹ ਸੀ ਮੰਗਲ ਪਾਂਡੇ। ਅਕਸਰ ਇਹ ਪ੍ਰਸ਼ਨ ਪੁੱਛ ਲਿਆ ਜਾਂਦਾ ਗਾ ਵੀ 1857 ਈਸਵੀ ਦੇ ਵਿਦਰੋਹ ਦਾ ਜਿਹੜਾ ਪਹਿਲਾ ਸ਼ਹੀਦ ਸੀ ਉਹ ਕੌਣ ਸੀ? ਹਾਂਜੀ, ਉਹ ਕੌਣ ਸੀ ਵੀ? ਮੰਗਲ ਪਾਂਡੇ। ਠੀਕ ਹੈ, ਇਸ ਨੂੰ 1857 ਈਸਵੀ ਦੇ ਵਿਦਰੋਹ ਦਾ ਪਹਿਲਾ ਸ਼ਹੀਦ ਮੰਨਿਆ ਜਾਂਦਾ ਹੈਗਾ। ਅਤੇ ਜਿਹੜਾ 1857 ਦਾ ਵਿਦਰੋਹ ਹੈ, ਇਸ ਨੂੰ ਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮ ਜਾਂ ਆਜ਼ਾਦੀ ਦੀ ਪਹਿਲੀ ਲੜਾਈ ਵੀ ਮੰਨਿਆ ਜਾਂਦਾ ਹੈਗਾ। ਠੀਕ ਹੈ, ਤਾਂ ਇਹ ਆਪਣੇ ਜਿਹੜੇ 15 ਪ੍ਰਸ਼ਨ ਸੀ ਤੁਹਾਡੇ ਇਸ ਟੌਪਿਕ ਦੇ, ਜਿਹੜੇ 8ਵੀਂ ਜਮਾਤ ਦੇ ਬੱਚਿਆਂ ਦੇ ਲਈ ਵੀ ਫਾਇਦੇਮੰਦ ਹੈਗੇ। ਜਿਹੜੇ ਬੱਚੇ NMS ਦੀ ਤਿਆਰੀ ਕਰ ਰਹੇ ਹੈਗੇ ਉਹ ਇਸ ਵੀਡੀਓ ਨੂੰ ਜ਼ਰੂਰ ਦੁਬਾਰਾ ਫਿਰ ਧਿਆਨ ਨਾਲ ਵੇਖ ਲੈਣ ਅਤੇ ਆਪਣੀ ਕਾਪੀਆਂ ਦੇ ਉੱਪਰ ਨੋਟ ਕਰ ਲੈਣ। ਠੀਕ ਹੈ, ਆਪਾਂ ਜਲਦੀ ਜਿਹੜਾ ਤੁਹਾਡਾ ਨੈਕਸਟ ਚੈਪਟਰ ਹੈਗਾ ਉਸ ਦੇ ਜਿਹੜੇ ਪ੍ਰਸ਼ਨ ਉੱਤਰ ਹੈਗੇ ਉਹ ਬਣਾ ਕੇ ਲੈ ਕੇ ਆਵਾਂਗੇ। ਠੀਕ ਹੈ ਬੇਟਾ।
ਓਕੇ ਜੀ, ਥੈਂਕ ਯੂ।